ਹੈਲੋ ਸਟੂਡੈਂਟਸ O2 IAS ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਸੀਰੀਜ਼ ਦੇ ਵਿੱਚ ਪੰਜਾਬ ਇਕਨੋਮਿਕ ਸਰਵੇ ਦੀ ਸਮਰੀ ਕਰ ਰਹੇ ਹਾਂ। ਪਿਛਲੇ ਵੀ ਮੈਂ 2 ਲੈਕਚਰਸ ਦੇ ਵਿੱਚ ਪਿਛਲੇ ਪੰਜਾਬ ਇਕਨੋਮਿਕ ਸਰਵੇ ਦੇ ਜੋ ਫਸਟ 2 ਚੈਪਟਰ ਸੀ ਉਹਨਾਂ ਦੀ ਸਮਰੀ ਪ੍ਰੋਵਾਈਡ ਕੀਤੀ ਬਹੁਤ ਸ਼ਾਰਟ ਟਾਈਮ ਦੇ ਵਿੱਚ। ਐਂਡ ਅੱਜ ਅਸੀਂ ਥਰਡ ਚੈਪਟਰ ਜਾਂ ਥਰਡ ਪਾਰਟ ਆਫ ਦੈਟ ਇਕਨੋਮਿਕ ਸਰਵੇ ਕਰਾਂਗੇ ਜਿਹਦੇ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਨੂੰ ਅਸੀਂ ਲੋਕ ਡਿਸਕਸ ਕਰਾਂਗੇ। ਸੋ ਇਸ ਸੈਸ਼ਨ ਦਾ ਜੋ PDF ਰਹੇਗਾ ਤੁਹਾਨੂੰ ਸਕ੍ਰਿਬਲ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਹ PDF ਡਾਊਨਲੋਡ ਕਰ ਸਕਦੇ ਹੋ। ਇੰਟਾਇਰ ਜੋ ਮੈਂ ਪ੍ਰੈਜੈਂਟੇਸ਼ਨ ਇੱਥੇ ਲੈ ਕੇ ਆ ਰਿਹਾ ਇਹ PDF ਸਾਡੇ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲੇਗਾ ਜਿਹਦਾ ਕਿ ਲਿੰਕ ਸਕਰੀਨ ਤੇ ਵੀ ਦਿਖ ਰਿਹਾ ਐਂਡ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦਾਂਗਾ। ਇਫ ਯੂ ਆਰ ਪ੍ਰੀਪੇਅਰਿੰਗ ਫॉर ਪੰਜਾਬ ਸਿਵਲ ਸਰਵਿਸ ਐਗਜ਼ਾਮ ਤਾਂ ਵੀ ਹੈਵ ਅ ਵੈਰੀ ਗੁੱਡ ਟੈਸਟ ਸੀਰੀਜ਼। ਇਸ ਦੇ ਵਿੱਚ ਤੁਹਾਨੂੰ ਜਨਰਲ ਸਟੱਡੀਜ਼ ਦੇ 20+ ਟੈਸਟ ਨੇ, ਸੀਸਰ ਦੇ 15+ ਟੈਸਟ ਨੇ, ਪ੍ਰਿੰਟਡ ਬੁੱਕਸ, ਪੰਜਾਬ GK ਦੇ ਲੈਕਚਰਸ ਐਂਡ ਇੱਕ ਡੈਡੀਕੇਟਡ ਮੈਂਟੋਰ ਮਿਲ ਜਾਏਗਾ। ਅਗਰ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ ਤਾਂ ਇਹ ਇੰਟਾਇਰ ਪੈਕੇਜ ਤੁਹਾਡੀ ਪ੍ਰੈਪਰੇਸ਼ਨ ਨੂੰ ਹੋਰ ਵਧੀਆ ਕਰ ਸਕਦਾ ਹੈ। ਇਹਨੂੰ ਜੁਆਇਨ ਕਰਨ ਲਈ ਤੁਹਾਨੂੰ ਸਾਡੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨੀ ਪਏਗੀ। ਇੱਥੇ ਹੋਰ ਵੀ ਬਹੁਤ ਸਾਰਾ ਫ੍ਰੀ ਐਂਡ ਪੇਡ ਮਟੀਰੀਅਲ ਅਵੇਲੇਬਲ ਹੈ ਜੋ ਤੁਹਾਡੀ ਪ੍ਰੈਪਰੇਸ਼ਨ ਨੂੰ ਹੈਲਪ ਕਰ ਸਕਦਾ ਹੈ। ज़्यादा जानकारी लिए तुसी नंबर ते कॉल कर सकते हो जो नीचे फ्लैश हो रहा है या ऊपर आई बटन एक वीडियो है वो देख सकते हो कि कोर्स नू किवें ज्वाइन करना। आप अपना टॉपिक शुरू करते हैं बिना किसी डिले तो। जो भी इंडस्ट्रीयल सैक्टर दी या किसी भी सैक्टर ऑफ इकॉनमी नू असीं देखते हैं तो उसका कंट्रीब्यूशन इंप्लॉयमेंट एज वैल एज स्टेट की GDP दे विच देखना बहुत जरूरी हो जाता। सो अज असीं गल कर रहे हैं इंडस्ट्रीयल सैक्टर की। तो पंजाब की जिहड़ी इंडस्ट्रीयल सैक्टर है, इंडस्ट्रीयल सैक्टर की ओवरऑल कंट्रीब्यूशन अगर इंप्लॉयमेंट दे विच गल करते हैं तो ओवर 1/3 पंजाब ਦੀ ਜੋ ਪੋਪੂਲੇਸ਼ਨ ਹੈ ਉਹ ਇੰਡਸਟਰੀਅਲ ਸੈਕਟਰ ਦੇ ਵਿੱਚ ਇੰਪਲੋਇਡ ਹੈ ਐਂਡ ਪੰਜਾਬ ਦੀ GDP ਦੇ ਵਿੱਚ ਇਹ 25% ਕੰਟਰੀਬਿਊਟ ਕਰਦਾ। ਇਹ ਦੋ ਆંકੜੇ ਬਹੁਤ ਜ਼ਰੂਰੀ ਹੋਣਗੇ। ਲੈਕਚਰ ਵੀ ਅਸੀਂ 2 ਪਾਰਟਸ ਹੀ ਅੱਗੇ ਦੇਖਣਾ। ਫਸਟ ਆਫ ਆਲ ਮੈਂ ਕੁਝ ਆંકੜਿਆਂ ਦੀ ਗੱਲ ਕਰਾਂਗਾ ਐਂਡ ਸੈਕੰਡਲੀ ਅਸੀਂ ਕੁਝ ਮੇਨਸ ਪਰਸਪੈਕਟਿਵ ਦੇ ਕੁਝ ਕੰਪਰੀਹੈਂਸਿਵ ਪੁਆਇੰਟਸ ਦੇਖਾਂਗੇ। ਤਾਂ ਪਹਿਲਾਂ ਆਪਾਂ ਆંકੜੇ ਕਰ ਲੈਂਦੇ ਹਾਂ, ਉਸ ਤੋਂ ਬਾਅਦ ਸੈਕੰਡ ਪਾਰਟ ਦੇ ਵਿੱਚ PCS ਮੇਨਸਲੀ ਦੇਖਾਂਗੇ। ਵੈਨੇਵਰ ਵੀ ਇਟ ਕਮਸ ਟੂ ਦਾ ਇੰਡਸਟਰੀਅਲ ਸੈਕਟਰ ਇਨ ਪੰਜਾਬ ਤਾਂ ਇਹਦਾ ਜਿਹੜਾ ਐਗਰੀਕਲਚਰ ਸੈਕਟਰ ਨਾਲ ਲਿੰਕ ਹੈ ਉਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ। ਬੀਇੰਗ ਐਨ ਬੂਮਿੰਗ ਅਗਰੇਰੀਅਨ ਸਟੇਟ ਪੰਜਾਬ ਦਾ ਜੋ ਮੈਨੂਫੈਕਚਰਿੰਗ ਸੈਕਟਰ ਹੈ ਇਹ ਕਲੋਜ਼ਲੀ ਲਿੰਕਡ ਹੈ ਐਗਰੀਕਲਚਰ ਨਾਲ ਵਿਦ ਮੈਨੀ ਵੇਜ਼। ਵਨ ਆਫ ਦੈਮ ਇਜ਼ ਕਿ ਬਹੁਤ ਸਾਰੀ ਇੰਡਸਟਰੀਜ਼ ਹੈ ਪੰਜਾਬ ਦੇ ਵਿੱਚ ਜੋ ਐਗਰੀਕਲਚਰ ਨੂੰ ਐਡਵਾਂਸ ਇਨਪੁਟਸ ਦੇਣ ਲਈ ਕੰਮ ਕਰ ਰਹੀਆਂ, ਪ੍ਰੋਡਕਸ਼ਨ ਕਰ ਰਹੀਆਂ। ਸੈਕੰਡਲੀ ਐਗਰੀਕਲਚਰ ਤੋਂ ਹੋਇਆ ਪ੍ਰੋਡਕਸ਼ਨ ਨੂੰ ਪ੍ਰੋਸੈਸ ਕਰਨ ਲਈ ਫੂਡ ਪ੍ਰੋਸੈਸਿੰਗ ਜਾਂ ਉਸ ਤਰੀਕੇ ਦੀਆਂ ਇੰਡਸਟਰੀਜ਼ ਵੀ ਪੰਜਾਬ ਦੇ ਵਿੱਚ ਬਹੁਤ ਨੇ। ਐਵਰੇਜ ਇਨਕਮ ਪੰਜਾਬ ਦੀ ਜ਼ਿਆਦਾ ਹੋਣ ਕਰਕੇ ਇੱਥੇ ਲੋਕਾਂ ਦੀ ਜੋ ਡਿਮਾਂਡ ਹੈ ਐਗਰੀਰੀਅਨ ਸੈਕਟਰ ਦੀ ਪਾਪੂਲੇਸ਼ਨ ਵੀ ਐਂਡ ਅਦਰ ਪਾਪੂਲੇਸ਼ਨ ਵੀ ਉਹਨਾਂ ਦੀ ਜੋ ਡਿਮਾਂਡ ਹੈ ਉਹ ਕੰਪੈਰੇਟਿਵਲੀ ਬੈਟਰ ਹੈ, ਕੰਪੈਰੇਟਿਵਲੀ ਹਾਈ ਹੈ। ਤਾਂ ਇਸ ਡਿਮਾਂਡ ਨੂੰ ਵੀ ਰੀਪ ਕਰਨ ਲਈ ਪੰਜਾਬ ਦੇ ਵਿੱਚ ਇੱਕ ਇੰਡਸਟਰੀ ਹੈ, ਇੱਕ ਮੈਨੂਫੈਕਚਰਿੰਗ ਦਾ ਮਾਹੌਲ ਹੈ। ਸੋ ਇਹ 3 ਚੀਜ਼ਾਂ ਨੇ ਜੋ ਐਗਰੀਕਲਚਰ ਸੈਕਟਰ ਨਾਲ ਲਿੰਕਡ ਨੇ। ਅਗਰ ਅਸੀਂ ਇੰਡਸਟਰੀਜ਼ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਲਗਭਗ ਜੋ 40% ਪ੍ਰੋਡਕਸ਼ਨ ਹੈ ਓਵਰਆਲ ਇੰਡਸਟਰੀਅਲ ਸੈਕਟਰ ਦਾ 40% ਕੰਟਰੀਬਿਊਸ਼ਨ ਉਹ ਐਗਰੀਕਲਚਰ ਬੇਸਡ ਇੰਡਸਟਰੀਜ਼ ਤੋਂ ਹੀ ਆ ਰਿਹਾ। ਇਟ ਮੇ ਬੀ ਫੂਡ, ਬੈਵਰੇजेस, ਟੈਕਸਟਾਈਲ, ਵੀਰਿੰਗ ਅਪੈਰਲ, ਇਹ ਸਾਰੀਆਂ ਇੰਡਸਟਰੀਜ਼ ਜੋ ਐਗਰੀਕਲਚਰ ਨਾਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਲਿੰਕਡ ਨੇ ਇਹ ਕਾਫੀ ਮੇਜਰ ਰੋਲ ਪਲੇ ਕਰਦੀਆਂ। ਸੈਕੰਡਲੀ ਅਗਰ ਅਸੀਂ ਦੇਖਦੇ ਹਾਂ ਤਾਂ ਮੀਡੀਅਮ ਟੂ ਹਾਈਟੈਕ ਇੰਡਸਟਰੀਜ਼ ਜਸਟ ਲਾਈਕ ਰਬਰ, ਪਲਾਸਟਿਕ ਪ੍ਰੋਡਕਟਸ, ਬੇਸਿਕ ਮੈਟਲਸ ਜਾਂ ਇਸ ਤਰੀਕੇ ਦੀਆਂ ਜੋ ਇੰਡਸਟਰੀਜ਼ ਨੇ ਉਹ ਵੀ ਇੱਕ ਸਿਗਨੀਫਿਕੈਂਟ ਕੰਟਰੀਬਿਊਸ਼ਨ ਇੰਡਸਟਰੀਅਲ ਸੈਕਟਰ ਦੇ ਵਿੱਚ ਪ੍ਰੋਵਾਈਡ ਕਰਦੀਆਂ ਨੇ। ਇਫ ਯੂ ਲੁੱਕ ਐਟ ਦ ਆਲ ਸਬ ਸੈਕਟਰਸ ਇੰਡਸਟਰੀਅਲ ਸੈਕਟਰ ਦੇ ਜਸਟ ਲਾਈਕ 4 ਮੇਜਰ ਅਸੀਂ ਸਬ ਸੈਕਟਰਸ ਇੱਥੇ ਕੱਢ ਸਕਦੇ ਹਾਂ। ਫਸਟਲੀ ਮਾਈਨਿੰਗ ਐਂਡ ਕੁਐਰਿੰਗ ਹੈ, ਮੈਨੂਫੈਕਚਰਿੰਗ ਹੈ, ਇਲੈਕਟ੍ਰਿਸਿਟੀ ਗੈਸ ਜਾਂ ਵਾਟਰ ਸਪਲਾਈ ਹੈ ਐਂਡ ਕੰਸਟਰਕਸ਼ਨ ਹੈ। ਪੰਜਾਬ ਦੇ ਵਿੱਚ ਜੋ ਇੰਡਸਟਰੀਅਲ ਸੈਕਟਰ ਹੈ ਉਹਦਾ ਸਭ ਤੋਂ ਬੜਾ ਜੋ ਕੰਟਰੀਬਿਊਟਰ ਹੈ ਦੈਟ ਇਜ਼ ਦ ਮੈਨੂਫੈਕਚਰਿੰਗ ਸੈਕਟਰ ਫੋਲੋਡ ਬਾਏ ਦ ਕੰਸਟਰਕਸ਼ਨ ਸੈਕਟਰ। ਇਹ ਜੋ ਆંકੜਾ ਹੈ ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਜ਼ਿਆਦਾ ਕੌਣ ਕੰਟਰੀਬਿਊਟ ਕਰਦਾ ਤਾਂ ਉਹ ਮੈਨੂਫੈਕਚਰਿੰਗ ਕੰਟਰੀਬਿਊਟ ਕਰਦੀ ਹੈ। ਮੈਨੂਫੈਕਚਰਿੰਗ ਦੇ ਵਿੱਚ ਵੀ ਕੀ ਕਰਦਾ ਉਹ ਅਸੀਂ ਅੱਗੇ ਦੇਖਾਂਗੇ। ਅਗਰ ਅਸੀਂ ਓਵਰਆਲ ਗਰੋਥ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਇੰਡਸਟਰੀਅਲ ਸੈਕਟਰ ਇਸ ਵਾਰ ਐਕਸਪੈਕਟਡ ਸੀ ਕਿ ਉਹ 5.6% ਦੀ ਐਨੂਅਲ ਗਰੋਥ ਰੇਟ ਦੇ ਨਾਲ ਅੱਗੇ ਵਧੇਗਾ। ਬਟ ਐਜ਼ ਪਰ ਦਾ ਨੈਸ਼ਨਲ ਟ੍ਰੈਂਡਸ ਜੋ ਮੈਨੂਫੈਕਚਰਿੰਗ ਦਾ ਸ਼ੇਅਰ ਗਰੋਥ ਰੇਟ ਹੈ ਉਹ ਇਸ ਸਾਲ ਕਾਫੀ ਸਲੰਪ ਕੀਤਾ। ਬਟ ਐਵਰੇਜ ਗਰੋਥ ਜੋ ਹੈ ਉਹ 5.6 ਰਿਹਾ ਬਿਕਾਜ਼ ਇਲੈਕਟ੍ਰਿਸਿਟੀ ਗੈਸ ਉਹ ਫੀਲਡ ਹਜੇ ਵੀ ਠੀਕ ਠਾਕ ਰੇਟ ਤੇ ਗਰੋ ਕਰ ਰਹੇ ਨੇ ਪੰਜਾਬ ਦੇ ਵਿੱਚ। ਅਗਲਾ ਆંકੜਾ ਅਸੀਂ ਇੱਥੇ ਦੇਖਾਂਗੇ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ। ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸੋਗੇ ਕਿ ਨੈਸ਼ਨਲ ਲੈਵਲ ਤੇ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਕੌਣ ਕੈਲਕੂਲੇਟ ਕਰਦਾ ਹੈ। ਪੰਜਾਬ ਦੇ ਵਿੱਚ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਦਾ ਜੋ ਗਰੋਥ ਰੇਟ ਦੇਖਿਆ ਗਿਆ ਉਹ ਹੈ 11.2%। ਦੇਖੋ GVA ਸਟੇਟ GVA ਜਾਂ ਸਟੇਟ ਗ੍ਰੋਸ ਵੈਲਿਊ ਐਡਿਡ ਦੀ ਜਦੋਂ ਅਸੀਂ ਗੱਲ ਕਰ ਰਹੇ ਸੀ ਤਾਂ ਇਟ ਵਾਜ਼ ਅਰਾਊਂਡ 5.6% ਦਾ ਗਰੋਥ ਰੇਟ ਅਸੀਂ ਇੰਡਸਟਰੀ ਦੇ ਵਿੱਚ ਦੇਖਿਆ। ਜਦੋਂ ਵੈਨ ਇਟ ਕਮਸ ਟੂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਤਾਂ ਗਰੋਥ ਰੇਟ 11.2% ਚਲਾ ਜਾਂਦਾ। ਤਾਂ ਬੇਸਿਕਲੀ ਇਹ ਨਹੀਂ ਹੈ ਕਿ ਇਹ ਦੋਨੋਂ ਆંકੜੇ ਇਨਕੰਪੈਟੇਬਲ ਨੇ ਜਾਂ ਇਹਨਾਂ ਦਾ ਕੁਝ ਅਲੱਗ ਆयाम ਹੈ। ਐਕਚੁਅਲ ਪ੍ਰੋਬਲਮ ਲਾਈਜ਼ ਵਿਦ देयर ਕੈਲਕੂਲੇਸ਼ਨ ਮੈਥਡਸ।
ਜੋ ਅਸੀਂ GDP ਦੀ ਗੱਲ ਕਰ ਰਹੇ ਸੀ ਜਾਂ ਸਟੇਟ ਗ੍ਰੋਸ ਵੈਲਿਊ ਐਡਡ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਅਸੀਂ ਇੱਕ ਮੋਨੇਟਰੀ ਵੈਲਿਊ ਦੇਖਦੇ ਹਾਂ, ਓਵਰਆਲ ਪ੍ਰੋਡਕਸ਼ਨ ਕੀਤੀਆਂ ਗਈ ਚੀਜ਼ਾਂ ਦੀ ਮੋਨੇਟਰੀ ਵੈਲਿਊ ਐਂਡ ਉਹਨਾਂ ਦੀ ਕਿੰਨੀ ਗਰੋਥ ਹੋ ਰਹੀ ਹੈ। ਇਹ ਜਦੋਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਕੈਲਕੂਲੇਟ ਕਰਾ ਜਾਂਦਾ ਤਾਂ ਇਹ ਵੋਲਿਊਮ ਬੇਸਡ ਮੇਜਰ ਹੈ ਕਿ ਕਿੰਨੀਆਂ ਯੂਨਿਟਸ ਪਾਰਟੀਕੂਲਰ ਕਮੋਡਿਟੀ ਪ੍ਰੋਡਕਟ ਦੀਆਂ ਪ੍ਰੋਡਿਊਸ ਕੀਤੀਆਂ ਜਾ ਰਹੀਆਂ। ਤਾਂ ਵੋਲਿਊਮ ਬੇਸਡ ਅਗਰ ਗੱਲ ਕਰਦੇ ਹਾਂ ਤਾਂ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਹੈ, ਉਹਦੀ ਗਰੋਥ ਲਗਭਗ 11% ਹੈ। ਐਂਡ ਜਦੋਂ ਅਸੀਂ ਉਹਨਾਂ ਦੀ ਮੋਨੇਟਰੀ ਵੈਲਿਊ ਦੀ ਗੱਲ ਕਰਦੇ ਹਾਂ ਦੈਨ ਉਹ ਜਿਹੜਾ GDP ਦੇ ਵਿੱਚ ਕੰਟਰੀਬਿਊਸ਼ਨ ਹੈ ਉਹ ਲਗਭਗ 5% ਹੈ। ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਐਂਡ ਇਹਨੂੰ ਕਨਫਿਊਜ਼ ਨਹੀਂ ਹੋ ਜਾਣਾ ਲੈ ਕੇ ਕਿ ਦੋ ਆંકੜੇ ਡਿਫਰੈਂਟ ਕਿਉਂ ਨੇ, ਦੋਨੋਂ ਗਰੋਥ ਦੀ ਗੱਲ ਕਰਦੇ ਨੇ। ਇੰਪਲੋਇਮੈਂਟ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ 1.1/3 ਪਾਪੂਲੇਸ਼ਨ ਜੋ ਹੈ ਪੰਜਾਬ ਦੀ, 1/3 ਇੰਪਲੋਇਮੈਂਟ ਜੋ ਹੈ ਉਹ ਇੰਡਸਟਰੀਅਲ ਸੈਕਟਰ ਪ੍ਰੋਵਾਈਡ ਕਰ ਰਿਹਾ ਐਂਡ ਸਭ ਤੋਂ ਜ਼ਿਆਦਾ ਜੋ ਇੰਪਲੋਇਮੈਂਟ ਹੈ ਡੈਫੀਨੇਟਲੀ ਉਹੀ ਸੈਕਟਰ ਦੇਗਾ ਜਿਹਦਾ ਕੰਟਰੀਬਿਊਸ਼ਨ ਜ਼ਿਆਦਾ। ਤਾਂ ਯੂਜ਼ੂਅਲੀ ਮੈਨੂਫੈਕਚਰਿੰਗ ਐਂਡ ਇਲੈਕਟ੍ਰਿਸਿਟੀ ਸੈਕਟਰ ਐਂਡ ਕੰਸਟਰਕਸ਼ਨ ਸੈਕਟਰ ਤੋਂ ਇੰਪਲੋਇਮੈਂਟ ਜਨਰੇਟ ਹੋ ਰਹੀ ਹੈ। ਅਗਰ ਕੈਪੀਟਲ ਫਾਰਮੇਸ਼ਨ ਨੂੰ ਦੇਖਿਆ ਜਾਵੇ, ਕੈਪੀਟਲ ਫਾਰਮੇਸ਼ਨ ਤੁਸੀਂ ਆਸਾਨ ਭਾਸ਼ਾ ਦੇ ਵਿੱਚ ਇਨਵੈਸਟਮੈਂਟ ਸਮਝ ਸਕਦੇ ਹੋ ਕਿ ਕੈਪੀਟਲ ਲੈਵਲ ਦੀ ਇਨਵੈਸਟਮੈਂਟ, ਕੋਈ ਨਵਾਂ ਪਲਾਂਟ ਲੱਗ ਰਿਹਾ, ਕੁਝ ਨਵਾਂ ਇਨਫਰਾਸਟ੍ਰਕਚਰ 'ਤੇ ਇਨਵੈਸਟਮੈਂਟ ਹੋ ਰਿਹਾ ਤਾਂ ਤੁਸੀਂ ਇਹਨੂੰ ਕੈਪੀਟਲ ਫਾਰਮੇਸ਼ਨ ਸਮਝ ਸਕਦੇ ਹੋ ਅੰਟਿਲ ਅਨਲੈਸ ਤੁਸੀਂ ਇਕੋਨਮੀ ਦੇ ਬਹੁਤ ਜ਼ਿਆਦਾ ਡੀਪ ਫੈਕਟਸ ਨਹੀਂ ਪੜ੍ਹਨਾ ਚਾਹੁੰਦੇ। ਤਾਂ 2017-18 ਦੇ ਡੇਟਾ ਦੇ ਅਕੋਰਡਿੰਗਲੀ ਪੰਜਾਬ ਦੇ ਵਿੱਚ 31% ਆਫ ਦ GDP ਜੋ ਗ੍ਰੋਸ ਕੈਪੀਟਲ ਫਾਰਮੇਸ਼ਨ ਹੋਇਆ ਉਹ ਇੰਡਸਟਰੀਅਲ ਸੈਕਟਰ ਵਿੱਚ ਹੀ ਇਨਵੈਸਟਮੈਂਟ ਹੋਈ ਹੈ। ਸੋ ਇਹ ਆંકੜਾ ਸਮਟਾਈਮ ਜ਼ਰੂਰੀ ਹੋ ਜਾਂਦਾ ਵੈਨ ਇਟ ਕਮਸ ਟੂ ਸੈਵਰਲ ਇੰਡਸਟਰੀ ਵਾਈਜ਼ ਪਰਫਾਰਮੈਂਸ। ਤਾਂ ਸਬ ਸੈਕਟਰਸ ਆਫ ਇੰਡਸਟਰੀ ਜਸਟ ਲਾਈਕ ਸਭ ਤੋਂ ਜ਼ਿਆਦਾ ਜੋ ਕੰਟਰੀਬਿਊਸ਼ਨ ਦੇ ਰਿਹਾ ਉਹ ਹੈ ਫੂਡ ਪ੍ਰੋਡਕਟਸ, ਜਿੱਥੇ ਕਿ ਓਵਰਆਲ 23% ਆਫ ਟੋਟਲ ਮੈਨੂਫੈਕਚਰਿੰਗ ਯੂਨਿਟਸ ਜੋ ਹੈ ਉਹ ਫੂਡ ਪ੍ਰੋਡਕਟਸ ਤੋਂ ਰਿਲੇਟਡ ਹੈ ਐਂਡ ਸਟੇਟ GVA ਦੇ ਵਿੱਚ ਵੀ ਇਹ 19% ਕੰਟਰੀਬਿਊਟ ਕਰ ਰਿਹਾ। ਸਿਮਿਲਰਲੀ ਟੈਕਸਟਾਈਲ ਜੋ ਹੈ ਉਹ ਵੀ 14% ਕੰਟਰੀਬਿਊਟ ਕਰ ਰਿਹਾ। ਇਹ ਪੂਰਾ ਕ੍ਰੋਨੋਲੋਜੀਕਲ ਆਰਡਰ ਤੁਸੀਂ ਯਾਦ ਨਹੀਂ ਕਰਨਾ, ਜਸਟ ਮੈਂ ਰੈਫਰੈਂਸ ਦੇ ਵਿੱਚ ਪਾਇਆ ਸੀ। ਇੰਡਸਟਰੀਜ਼ ਨੂੰ ਦੋ ਤਰੀਕੇ ਨਾਲ ਅਸੀਂ ਦੇਖਦੇ ਹਾਂ। ਵਨ ਇਜ਼ ਰਜਿਸਟਰਡ ਇੰਡਸਟਰੀ ਜੋ ਫੈਕਟਰੀ ਐਕਟ ਜਾਂ ਕੰਪਨੀ ਐਕਟ ਦੇ ਅੰਡਰ ਰਜਿਸਟਰਡ ਮੈਨੂਫੈਕਚਰਿੰਗ ਯੂਨਿਟਸ ਨੇ। ਦੂਜੀਆਂ ਹੁੰਦੀਆਂ ਜਿਹੜੀਆਂ ਅਨਰੈਗੂਲੇਟਡ ਨੇ, ਅਨਰਜਿਸਟਰਡ ਨੇ, ਉਹਨਾਂ ਨੂੰ ਵੀ ਇੱਕ ਅਜ਼ੰਪਸ਼ਨ ਬੇਸਡ ਡੇਟਾ 'ਤੇ ਅਸੀਂ ਕੈਲਕੂਲੇਟ ਕਰਦੇ ਹਾਂ। ਤਾਂ ਉੱਥੇ ਵੀ ਇਸੇ ਤਰੀਕੇ ਦਾ ਹੈ। ਸਭ ਤੋਂ ਪਹਿਲਾਂ ਟੈਕਸਟਾਈਲ ਇੰਡਸਟਰੀਜ਼ ਨੇ, ਦੈਨ ਫੂਡ ਬੇਸਡ ਇੰਡਸਟਰੀਜ਼ ਨੇ ਐਂਡ ਇੱਕ ਲੰਬੀ ਲਿਸਟ ਹੈ। ਇਹ ਸੀ ਸਾਡਾ ਓਵਰਆਲ ਸਟੈਟਸ ਵਾਲਾ ਪਾਰਟ। ਰਾਈਟ ਨਾਓ ਵੀ ਆਰ ਮੂਵਿੰਗ ਟੂਵਰਡਸ ਦਾ ਮੇਨਸ ਵਾਲੇ ਕੁਝ ਪੁਆਇੰਟਸ। ਤਾਂ ਇੱਥੇ ਸਭ ਤੋਂ ਬੜਾ ਇੱਕ ਇੰਡਸਟਰੀ ਅਸੀਂ ਦੇਖਣ ਲਾਇਕ ਹੈ ਉਹ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ। ਪੰਜਾਬ ਦੀ ਜੋ ਫੂਡ ਪ੍ਰੋਸੈਸਿੰਗ ਇੰਡਸਟਰੀ ਉਹ ਲਗਭਗ 20% ਆਫ GVA ਕੰਟਰੀਬਿਊਟ ਕਰਦੀ ਹੈ ਸਟੇਟ GVA ਦੇ ਵਿੱਚ। ਐਂਡ ਇੱਥੇ ਮੇਨਸ ਵਿੱਚ ਕਈ ਵਾਰ ਕੁਐਸਚਨ ਆ ਸਕਦਾ ਕਿ ਪੰਜਾਬ ਸਰਕਾਰ ਨੇ ਕਿਹੜੇ ਐਸੇ ਸਟੈਪਸ ਲਏ ਟੂ ਐਨਕਰੇਜ ਦਾ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਇਨ ਸਟੇਟ। ਸੋ 1 ਬਾਈ 1 ਜੋ ਵੀ ਇੰਪੋਰਟੈਂਟ ਸਟੈਪ ਸਰਕਾਰ ਨੇ ਲਏ ਅਸੀਂ ਉਹਨਾਂ ਨੂੰ ਦੇਖਣਾ। ਸਭ ਤੋਂ ਪਹਿਲਾਂ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਓਪਨ ਕੀਤਾ, ਉਹਨਾਂ ਨੇ ਇੱਕ ਲਾਇਸਨ ਆਫਿਸ ਓਪਨ ਕੀਤਾ ਬਠਿੰਡਾ ਦੇ ਵਿੱਚ, ਸੋ ਦੈਟ ਕਿ ਇਸ ਏਰੀਆ ਆਫ ਪੰਜਾਬ ਈਵਨ ਨਦਰਨ ਪਾਰਟ ਆਫ ਦ ਕੰਟਰੀ ਦੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਸਕਿਲਡ ਲੇਬਰ, ਸਕਿਲਡ ਮੈਨ ਪਾਵਰ ਔਰ ਇੱਕ ਸੈਂਸ ਆਫ ਐਂਟਰਪ੍ਰੀਨਿਓਰਸ਼ਿਪ ਡਿਵੈਲਪ ਕੀਤਾ ਜਾ ਸਕੇ। ਇਹ ਇੱਕ ਇੰਪੋਰਟੈਂਟ ਪੁਆਇੰਟ ਹੋ ਸਕਦਾ ਵੈਨ ਐਵਰ ਯੂ ਆਰ ਰਾਈਟਿੰਗ ਆਨਸਰਸ। ਉਸ ਤੋਂ ਬਾਅਦ ਪੰਜਾਬ ਦੇ ਵਿੱਚ 3 ਮੇਗਾ ਫੂਡ ਪਾਰਕਸ ਜਿਹੜੇ ਨੇ ਅਪਰੂਵ ਹੋਏ ਨੇ, ਸੈਂਟਰਲ ਗਵਰਨਮੈਂਟ ਉਹ ਐਂਡ ਸਟੇਟ ਗਵਰਨਮੈਂਟ ਮਿਲ ਕੇ ਉਹਨਾਂ ਨੂੰ ਲਗਾ ਰਹੇ ਨੇ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਮੇਗਾ ਫੂਡ ਪਾਰਕ ਫਾਜ਼ਿਲਕਾ ਹੈ ਜੋ ਆਲਰੇਡੀ ਆਪਰੇਸ਼ਨਲ ਕਰ ਦਿੱਤਾ ਗਿਆ। 2 ਐਸੇ ਪਾਰਕਸ ਨੇ ਜੋ ਹਜੇ ਆਪਰੇਸ਼ਨਲ ਹੋਣੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਲੁਧਿਆਣਾ ਦੇ ਵਿੱਚ ਹੈ ਐਂਡ ਇੱਕ ਕਪੂਰਥਲਾ ਦੇ ਵਿੱਚ ਹੈ। ਇਹ ਤਿੰਨੋਂ ਨਾਮ ਤੁਹਾਨੂੰ ਪ੍ਰੀ 'ਚ ਵੀ ਪੁੱਛੇ ਜਾ ਸਕਦੇ ਹਨ, ਮੇਨਸ 'ਚ ਵੀ ਅਸੀਂ ਆਨਸਰ ਲਿਖਦੇ ਹੋਏ ਇਹਨਾਂ ਦਾ ਐਗਜ਼ਾਮਪਲ ਦੇ ਸਕਦੇ ਹਾਂ। ਰਾਈਟ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਜੋ ਵੀ ਇਨੀਸ਼ੀਏਟਿਵ ਪੰਜਾਬ ਸਰਕਾਰ ਲੈ ਰਹੀ ਹੈ ਈਜ਼ ਆਫ ਡੂਇੰਗ ਬਿਜ਼ਨਸ ਦੇ, ਉਹ ਵੀ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਨੂੰ ਵੀ ਥੋੜਾ ਈਜ਼ ਆਫ ਡੂਇੰਗ ਬਿਜ਼ਨਸ, ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਮਿਲ ਰਿਹਾ। ਸੋ ਵਿਦ ਦੀ ਹੈਲਪ ਆਫ ਦੀਜ਼ ਕਾਈਂਡ ਆਫ ਐਗਜ਼ਾਮਪਲਸ ਅਸੀਂ ਇੱਕ ਵਧੀਆ ਆਨਸਰ ਲਿਖ ਸਕਦੇ ਹਾਂ। ਨੈਕਸਟ ਹੈ ਇਲੈਕਟ੍ਰੀਸਿਟੀ ਸੈਕਟਰ। ਇਲੈਕਟ੍ਰੀਸਿਟੀ ਸੈਕਟਰ ਦੀ ਸਭ ਤੋਂ ਜ਼ਿਆਦਾ ਅਸੀਂ ਕੰਜ਼ੰਪਸ਼ਨ ਦਾ ਡੇਟਾ ਸਾਡੇ ਲਈ ਜ਼ਰੂਰੀ ਹੈ। 60% ਜੋ ਵੀ ਕੰਜ਼ੰਪਸ਼ਨ ਹੋ ਰਹੀ ਹੈ ਇਲੈਕਟ੍ਰੀਸਿਟੀ ਦੀ ਉਹ 2 ਇੰਡਸਟਰੀ ਐਂਡ ਐਗਰੀਕਲਚਰ ਸੈਕਟਰ ਮਿਲ ਕੇ ਕਰ ਰਹੇ ਨੇ ਐਂਡ ਥਰਡ ਸੈਕਟਰ ਜੋ ਹੈ ਉਹ ਡੋਮੈਸਟਿਕ ਸੈਕਟਰ ਇਹਨਾਂ ਤੋਂ ਪਿੱਛੇ ਰਹਿ ਜਾਂਦਾ। ਐਂਡ ਯੂ ਵਿਲ ਸਰਪ੍ਰਾਈਜ਼ ਟੂ ਨੋ ਕਿ ਐਗਰੀਕਲਚਰ ਸੈਕਟਰ ਦੀ ਜੋ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਹੈ ਦੈਟ ਇਜ਼ ਕੰਪਲੀਟਲੀ ਸਬਸਿਡਾਈਜ਼ਡ ਔਰ ਇੰਡਸਟਰੀ ਦੀ ਵੀ ਕੁਛ ਨਾ ਕੁਛ ਇਲੈਕਟ੍ਰੀਸਿਟੀ ਜੋ ਹੈ ਉਹ ਸਬਸਿਡਾਈਜ਼ ਕੀਤੀ ਜਾ ਰਹੀ ਹੈ। ਸਭ ਤੋਂ ਜ਼ਿਆਦਾ ਬਰਡਨ ਜੋ ਹੈ ਉਹ ਕਾਮਨ ਹਾਊਸ ਹੋਲਡਸ 'ਤੇ ਪੈਂਦਾ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਦਾ। ਐਂਡ ਇੰਸਟਾਲਡ ਕੈਪੈਸਿਟੀ ਦੀ ਅਗਰ ਗੱਲ ਕਰਦੇ ਹਾਂ ਇੰਡਸਟਰੀਅਲ ਸੈਕਟਰ ਦੀ ਤਾਂ 35% ਜਿਹੜੇ ਵੀ ਥਰਮਲ ਸੋਰਸਿਸ ਨੇ ਦੇ ਆਰ ਓਨਡ ਬਾਈ ਦਾ ਪੰਜਾਬ ਗਵਰਨਮੈਂਟ, 49% ਪ੍ਰਾਈਵੇਟਲੀ ਓਨਡ ਨੇ ਐਂਡ 17% ਸੈਂਟਰਲੀ ਓਨਡ ਨੇ। ਤੁਸੀਂ ਮੈਨੂੰ ਕਿਸੇ ਵੀ ਇੱਕ ਪ੍ਰਾਈਵੇਟਲੀ ਓਨਡ ਥਰਮਲ ਪਲਾਂਟ ਦਾ ਨਾਮ ਕਮੈਂਟ ਕਰਕੇ ਦੱਸੋਗੇ। ਐਂਡ ਅਗਰ ਅਸੀਂ ਓਵਰਆਲ ਸੋਰਸਿਸ ਦੀ ਗੱਲ ਕਰਦੇ ਹਾਂ ਕਿ ਇੰਸਟਾਲਡ ਕੈਪੈਸਿਟੀ ਇਲੈਕਟ੍ਰੀਸਿਟੀ ਜਨਰੇਟ ਕਿੰਨਾ ਸੋਰਸਿਸ ਤੋਂ ਹੋ ਰਹੀ ਹੈ ਤਾਂ ਮੈਜੋਰਿਟੀ ਆਫ ਦ ਇਲੈਕਟ੍ਰੀਸਿਟੀ ਜੋ ਹੈ ਉਹ ਥਰਮਲ ਪਾਵਰ ਪਲਾਂਟਸ ਫੋਲੋਡ ਬਾਏ ਸਮ ਹਾਈਡਰੋ ਇਲੈਕਟ੍ਰੀਸਿਟੀ ਪਾਵਰ ਪਲਾਂਟਸ ਜੋ ਇਹਨਾਂ ਨੇ ਆਸ-ਪਾਸ ਏਰੀਆਜ਼ ਦੇ ਵਿੱਚ ਲਗਾਏ ਨੇ ਉੱਥੋਂ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ।
ਜਦੋਂ ਅਸੀਂ એનર્ਜੀ ਜਾਂ ਪਾਵਰ ਦੀ ਗੱਲ ਕਰਦੇ ਹਾਂ ਤਾਂ ਇੱਕ ਮੇਨ ਪਰਸਪੈਕਟਿਵ ਦਾ ਪੁਆਇੰਟ ਵੀ ਇੱਥੇ ਨਿਕਲ ਕੇ ਆਉਂਦਾ ਕਿ ਪੰਜਾਬ ਦੇ ਵਿੱਚ ਬਾਇਓਮਾਸ એનર્ਜੀ ਦਾ ਕੀ ਪੋਟੈਂਸ਼ੀਅਲ ਹੈ ਜਾਂ ਨਹੀਂ ਹੈ। ਇਸ ਤੋਂ ਮੇਨਸ ਤੇ ਈਜ਼ੀਲੀ ਕੁਐਸਚਨ ਬਣ ਸਕਦਾ। ਸੋ ਵੀਲ ਡਿਸਕਸ ਅਬਾਊਟ ਲਿਟਲ ਥਿੰਗਸ ਰਾਈਟ ਨਾਓ। ਇਫ ਯੂ ਅੰਡਰਸਟੈਂਡ ਦਾ ਬਾਇਓਮਾਸ એનર્ਜੀ, ਇਹ ਟਰਮ ਰੈਫਰ ਕਰਦੀ ਹੈ ਕ੍ਰੌਪਸ, ਰੈਜ਼ੀਡਿਊਜ਼ ਜਾਂ ਬਾਇਓਲੋਜੀਕਲ ਮਟੀਰੀਅਲਸ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਐਜ਼ ਐਨ ਸਬਸਟੀਟਿਊਟ ਆਫ ਦਾ ਫੋਸਿਲ ਫਿਊਲਸ for the production of energy and other byproducts. Biomass energy just like stubble ਹੋ ਗਿਆ ਜਾਂ ਜੋ ਵੀ ਵੇਸਟ ਪ੍ਰੋਡਕਟ ਹੈ, ਲਿਵਿੰਗ ਨਾਨ ਲਿਵਿੰਗ ਵੇਸਟ ਪ੍ਰੋਡਕਟਸ ਨੂੰ ਅਸੀਂ ਅਗਰ ਯੂਜ਼ ਕਰਦੇ ਹਾਂ ਕੰਬਸ਼ਨ ਪਰਪਸਿਸ ਲਈ, ਐਨਰਜੀ ਪ੍ਰੋਡਕਸ਼ਨ ਲਈ, ਤਾਂ ਉਹਨੂੰ ਬਾਇਓਮਾਸ એનર્ਜੀ ਕਿਹਾ ਜਾਂਦਾ। ਜੋ ਬਾਇਓਮਾਸ એનર્ਜੀ ਹੈ, ਬਾਇਓਮਾਸ એનર્ਜੀ ਦਾ ਜੋ ਕਾਰਬਨ ਸਾਈਕਲ ਹੈ ਉਹ ਬਿਲਕੁਲ ਨਿਊਟਰਲ ਮੰਨਿਆ ਜਾਂਦਾ। ਨਿਊਟਰਲ ਇਸ ਕਰਕੇ ਹੈ ਕਿਉਂਕਿ ਜੋ ਲਿਵਿੰਗ ਬਾਇਓਮਾਸ ਸੀ ਆਪਣੀ ਲਾਈਫ ਦੇ ਦੌਰਾਨ ਉਹ ਕਾਰਬਨ ਨੂੰ ਕੰਜ਼ਿਊਮ ਕਰਦਾ, ਕਾਰਬਨ ਡਾਈਆਕਸਾਈਡ ਜਾਂ ਕਾਰਬਨ ਰਿਲੇਟਡ ਕੰਪਾਊਂਡਸ ਨੂੰ ਕੰਜ਼ਿਊਮ ਕਰਦਾ ਐਂਡ ਗਰੋ ਕਰਦਾ। ਐਂਡ ਆਫਟਰ ਦੈਟ ਜਦੋਂ ਅਸੀਂ ਉਹਨੂੰ ਬਰਨ ਕਰਦੇ ਹਾਂ, ਕੰਬਸਟ ਕਰਦੇ ਹਾਂ ਫॉर ਦਾ ਐਨਰਜੀ ਪਰਪਸਿਸ, ਤਾਂ ਉਹੀ ਕਾਰਬਨ ਉਹ ਰਿਲੀਜ਼ ਕਰ ਦਿੰਦਾ এনवायरमेंट ਦੇ ਵਿੱਚ। ਤਾਂ ਓਵਰਆਲ ਉਹਨੇ ਕੁਝ ਐਕਸਟਰਾ ਨਹੀਂ ਕੀਤਾ। ਦੈਟਸ ਐਨ ਕਾਰਬਨ ਨਿਊਟਰਲ ਸਾਈਕਲ। एटमॉस्फेरिक कंसनट्रेशन इंक्रीज नहीं करेगा ग्रीन हाउस गैसेस दियाँ, दैट इज़ वाई एक इन्वायरमेंटल फ्रेंडली ऑप्शन मन्या जाता। बायो पावर जो है वो ਡਰਾਈ ਬਾਇਓਮਾਸ ਨੂੰ ਕੰਬਸ਼ਨ ਕਰਕੇ ਜਾਂ ਉਸ ਤੋਂ ਜਨਰੇਟ ਕੀਤੀ ਗਈ ਬਾਇਓਗੈਸ ਨੂੰ ਬਰਨ ਕਰਕੇ ਅਸੀਂ એનર્ਜੀ ਪ੍ਰੋਡਿਊਸ ਕਰ ਸਕਦੇ ਹਾਂ, ਉਹਨੂੰ ਅਸੀਂ ਬਾਇਓ ਪਾਵਰ ਕਹਾਂਗੇ। ਇਹਦੇ ਬੇਸਿਕ ਐਡਵਾਂਟੇਜ ਸਾਨੂੰ ਲਿਖਣੇ ਪੈ ਸਕਦੇ ਆ। ਤਾਂ ਸਭ ਤੋਂ ਬੜਾ ਐਡਵਾਂਟੇਜ ਕੀ ਹੈ ਕਿ ਇਹ এনवायरमेंट ਫਰੈਂਡਲੀ ਹੈ, ਰੀਨਿਊਏਬਲ ਹੈ। ਉਸ ਤੋਂ ਬਾਅਦ ਇਹਦਾ ਡੀਸੈਂਟਰਲਾਈਜੇਸ਼ਨ ਫਾਰਮ ਆਫ ਪਾਵਰ ਹੈ। ਛੋਟੇ ਛੋਟੇ ਪਲਾਂਟਸ ਲਗਾ ਕੇ ਅਸੀਂ ਡਿਫਰੈਂਟ ਏਰੀਆਜ਼ ਦੇ ਵਿੱਚ ਇਹਦੀ ਪ੍ਰੋਡਕਸ਼ਨ ਕਰ ਸਕਦੇ ਹਾਂ ਐਂਡ ਕੋਈ ਜ਼ਿਆਦਾ ਕੈਪੀਟਲ ਇਨਵੈਸਟਮੈਂਟ ਨਹੀਂ ਹੈ। ਉਸ ਤੋਂ ਬਾਅਦ ਕਾਸਟ ਆਫ ਪ੍ਰੋਡਕਸ਼ਨ ਵੀ ਬਹੁਤ ਘੱਟ ਹੈ ਐਂਡ ਇਹਦਾ ਡਿਸਟਰੀਬਿਊਸ਼ਨ ਦਾ ਵੀ ਜ਼ਿਆਦਾ ਕਾਸਟ ਨਹੀਂ ਹੈ ਕਿਉਂਕਿ ਇਹ ਆਲਰੇਡੀ ਅਸੀਂ ਡਿਸਟਰੀਬਿਊਟਡ ਮੈਨਰ 'ਚ ਇਹਨਾਂ ਪਲਾਂਟਸ ਨੂੰ ਲਗਾ ਸਕਦੇ ਹਾਂ। ਐਂਡ ਉਸ ਤੋਂ ਬਾਅਦ ਲੋਕਲ ਏਰੀਆ ਜਿੱਥੇ ਪਲਾਂਟ ਲੱਗਣਗੇ ਤਾਂ ਉਹਨਾਂ ਏਰੀਆ ਦੀ ਲੋਕਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਵੀ ਹੋਏਗੀ। ਐਂਡ ਲਾਸਟ ਜੋ ਬਿਗੇਸਟ ਪ੍ਰੋਬਲਮ ਹੈ ਪੰਜਾਬ ਦੀ ਰਾਈਟ ਨਾਓ ਕਿ ਹਾਰਵੈਸਟ ਸੀਜ਼ਨ ਤੋਂ ਬਾਅਦ ਜੋ ਸਟਬਲ ਬਰਨ ਕੀਤਾ ਜਾਂਦਾ ਉਹਦੇ ਕਰਕੇ ਪੂਰੇ ਨਾਰਥ ਇੰਡੀਆ 'ਚ ਏਅਰ ਪੋਲਿਊਸ਼ਨ ਦੀ ਜਾਂ ਸਮੌਗ ਰਿਲੇਟਡ ਸਿਚੁਏਸ਼ਨ ਬਣਦੀ ਹੈ। ਤਾਂ ਸਟਬਲ ਮੈਨੇਜਮੈਂਟ ਵੀ ਇੱਕ ਬੜਾ ਵੱਡਾ ਚੈਲੰਜ ਹੈ ਜੋ ਇੱਥੇ ਮੀਟ ਕੀਤਾ ਜਾ ਸਕਦਾ। ਸਟਬਲ ਨੂੰ ਯੂਜ਼ ਕਰਕੇ ਅਸੀਂ ਬਾਇਓ ਪਾਵਰ ਜਨਰੇਟ ਕਰ ਸਕਦੇ ਹਾਂ ਐਂਡ ਓਵਰਆਲ ਫਾਇਦਾ ਇੱਥੇ ਹੋ ਸਕਦਾ ਹੈ। ਤਾਂ ਇਹ 4 ਐਡਵਾਂਟੇਜ ਜਿਹੜੇ ਨੇ ਤੁਸੀਂ ਲਿਖ ਸਕਦੇ ਹੋ, ਤੁਹਾਡਾ ਇੱਕ ਅੱਛਾ ਆਨਸਰ ਇੱਥੋਂ ਬਣ ਜਾਏਗਾ। ਇਫ ਵੀ ਕਮ ਐਟ ਦ ਪੋਟੈਂਸ਼ੀਅਲ ਕਿ ਪੰਜਾਬ ਰਾਈਟ ਨਾਓ ਜਿੰਨਾ ਓਵਰਆਲ ਅਵੇਲੇਬਲ ਰਿਸੋਰਸਿਸ ਨੇ, ਬਾਇਓ ਰਿਸੋਰਸਿਸ ਅਵੇਲੇਬਲ, ਉਹਦੇ ਅਕੋਰਡਿੰਗਲੀ ਲਗਭਗ 3000 ਮੈਗਾਵਾਟਸ ਦੀ ਪ੍ਰੋਡਕਸ਼ਨ ਅਸੀਂ ਕਰ ਸਕਦੇ ਹਾਂ ਬਾਇਓ ਪਾਵਰ ਤੋਂ। ਬਟ ਅਗੇਂਸਟ ਦਿਸ ਅਸੀਂ ਸਿਰਫ ਔਰ ਸਿਰਫ ਲਗਭਗ 317 ਮੈਗਾਵਾਟ ਹੀ ਇੰਸਟਾਲ ਕੀਤਾ, ਬਾਕੀ ਹਜੇ ਪੋਟੈਂਸ਼ੀਅਲ ਅਸੀਂ ਰੀਪ ਕਰਨਾ, ਟੈਪ ਨਹੀਂ ਕਰ ਸਕੇ। ਆਉਣ ਵਾਲੇ ਟਾਈਮ 'ਚ ਅੱਛਾ ਪੋਟੈਂਸ਼ੀਅਲ ਹੋ ਸਕਦਾ। 3000 ਮੈਗਾਵਾਟ ਐਂਡ 300 ਮੈਗਾਵਾਟ ਦੇ ਵਿੱਚ 10 ਟਾਈਮਸ ਦਾ ਡਿਫਰੈਂਸ ਹੈ ਜੋ ਕਿ ਹੌਲੀ ਹੌਲੀ ਅਸੀਂ ਗੈਪ ਜੋ ਹੈ ਫਿਲ ਕਰਨਾ ਹੈ। ਇਹਦੇ ਫਾਇਦੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਇਹ ਆંકੜੇ ਸਾਰੇ ਯੂਜ਼ ਕਰਕੇ ਤੁਸੀਂ ਇੱਕ ਅੱਛਾ ਆਨਸਰ ਲਿਖ ਸਕਦੇ ਹੋ। ਰਾਈਟ ਨਾਓ ਅਸੀਂ ਅੱਗੇ ਚੱਲਦੇ ਹਾਂ ਕਿ ਬਾਕੀ ਇੰਡਸਟਰੀਜ਼ ਨੂੰ ਪ੍ਰਮੋਟ ਕਰਨ ਲਈ ਸਰਕਾਰ ਨੇ ਕਿਹੜੇ ਇਨੀਸ਼ੀਏਟਿਵਸ ਲਏ। ਸਭ ਤੋਂ ਪਹਿਲਾ ਇਨੀਸ਼ੀਏਟਿਵ ਜਿਹੜਾ ਗਵਰਨਮੈਂਟ ਨੇ ਲਿਆ, ਈਜ਼ ਆਫ ਡੂਇੰਗ ਇਨੀਸ਼ੀਏਟਿਵ, ਈਜ਼ ਆਫ ਡੂਇੰਗ ਬਿਜ਼ਨਸ ਇਨੀਸ਼ੀਏਟਿਵਸ ਲਏ ਕਿ ਵਪਾਰ ਜਦੋਂ ਸ਼ੁਰੂ ਕਰਨਾ, ਕੋਈ ਇੰਡਸਟਰੀਅਲ ਯੂਨਿਟ ਸ਼ੁਰੂ ਕਰਨਾ, ਤਾਂ ਉਹਨੂੰ ਸਟਾਰਟ ਕਰਨ 'ਚ ਜਿਹੜੀਆਂ ਵੀ ਹਰਡਲਸ ਆ ਰਹੀਆਂ ਸੀ ਉਹ ਮਿਨੀਮਾਈਜ਼ ਕਰਨ ਦੀ ਗਵਰਨਮੈਂਟ ਨੇ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਜੋ ਇਨੀਸ਼ੀਏਟਿਵਸ ਲਏ ਅਸੀਂ ਉਹ ਦੇਖ ਲੈਂਦੇ ਹਾਂ ਐਂਡ ਇਹਨਾਂ ਨੂੰ ਬੈਟਰ ਵੇ ਦੇ ਵਿੱਚ ਤੁਸੀਂ ਆਨਸਰ ਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹੋ। ਫਸਟ ਸੱਚ ਇਨੀਸ਼ੀਏਟਿਵ ਇਸ ਕਿ ਇਨਵੈਸਟ ਪੰਜਾਬ ਬਿਜ਼ਨਸ ਪੋਰਟਲ ਨੂੰ ਡਿਸਟ੍ਰਿਕਟ ਲੈਵਲ ਤੱਕ ਐਕਸਟੈਂਡ ਕਰ ਦਿੱਤਾ ਗਿਆ ਜੋ ਕਿ ਇਨਵੈਸਟਮੈਂਟ ਨੂੰ ਵੂ ਕਰਨ ਦਾ ਕੰਮ ਕਰੇਗੀ। ਲੈਂਡ ਅਲਾਟਮੈਂਟਸ ਈ ਆਕਸ਼ਨਸ ਥਰੂ ਕਰ ਦਿੱਤੀਆਂ, ਆਨਲਾਈਨ ਲੈਂਡ ਅਲਾਟਮੈਂਟ ਹੋ ਰਿਹਾ। ਲੁਧਿਆਣਾ ਜੋ ਕਿ ਇੱਕ ਮੇਜਰ ਇੰਡਸਟਰੀਅਲ ਟਾਊਨ ਆ, ਉੱਥੇ ਇੱਕ ਕਮਰਸ਼ੀਅਲ ਕੋਰਟ ਸੈਟਅਪ ਕੀਤਾ ਗਿਆ ਡੈਡੀਕੇਟਡ ਜੋ ਸਿਰਫ ਕਮਰਸ਼ੀਅਲ ਮੈਟਰਸ ਨੂੰ ਹੀ ਰਿਜ਼ੋਲਵ ਕਰੇਗਾ ਫਾਸਟ ਟਰੈਕ ਦੇ ਉੱਪਰ। ਬਾਕੀ ਕੰਸਟਰਕਸ਼ਨ ਪਰਮਿਟਸ, ਫਾਇਰ ਐਨਓਸੀਜ਼, ਟੈਂਪਰੇਰੀ ਇਲੈਕਟ੍ਰਿਸਿਟੀ ਕਨੈਕਸ਼ਨ ਵਗੈਰਾ ਲੈਣ ਲਈ ਸਿੰਗਲ ਵਿੰਡੋ ਸਿਸਟਮ ਐਲੋਕੇਟ ਕਰਿਆ ਗਿਆ ਇੰਡਸਟਰੀਜ਼ ਲਈ। ਉਸ ਤੋਂ ਇਲਾਵਾ ਵੀ ਜੋ ਛੋਟੇ ਮੋਟੇ ਹਰਡਲ ਸੀਗੇ ਜਸਟ ਲਾਈਕ ਓਵਰ ਇੰਸਪੈਕਟਰ ਰਾਜ ਸੀਗਾ, ਬਹੁਤ ਜ਼ਿਆਦਾ ਸੈਂਟਰਲ ਇੰਸਪੈਕਸ਼ਨਸ ਹੁੰਦੀਆਂ ਸੀ, ਉਹਨਾਂ ਨੂੰ ਘੱਟ ਕਰਨ ਲਈ, ਇਲੈਕਟ੍ਰਿਸਿਟੀ ਕਨੈਕਸ਼ਨਸ ਨੂੰ ਫਾਸਟ ਕਰਨ ਲਈ, ਲੈਂਡ ਰਿਕਾਰਡਸ ਨੂੰ ਇੰਟੀਗ੍ਰੇਟ ਕੀਤਾ ਗਿਆ, ਰਜਿਸਟ੍ਰੇਸ਼ਨ ਜੋ ਹੈ ਸ਼ਾਪਿੰਗ ਕੰਪਲੈਕਸ ਦਾ ਰਜਿਸਟ੍ਰੇਸ਼ਨ ਟਾਈਮ ਘੱਟ ਕੀਤਾ ਗਿਆ। ਇਨ ਸ਼ਾਰਟ ਜੋ ਬਿਜ਼ਨਸ ਸ਼ੁਰੂ ਕਰਨ 'ਚ ਜਿੰਨੀਆਂ ਵੀ ਪ੍ਰੋਬਲਮਸ ਆ ਰਹੀਆਂ ਸੀ ਉਹਨਾਂ ਨੂੰ ਕੰਬਾਈਨ ਕਰਕੇ ਉਹਨਾਂ 'ਤੇ ਲੱਗਣ ਵਾਲਾ ਟਾਈਮ ਅਤੇ ਪ੍ਰੋਸੈਸਿਸ ਦੀ ਕੰਪਲੈਕਸਿਟੀ ਘੱਟ ਕੀਤੀ ਗਈ ਹੈ। ਉਸ ਤੋਂ ਇਲਾਵਾ
MSMEs ਨੂੰ ਇਨਹਾਂਸ ਕਰਨ ਲਈ MSME ਪੰਜਾਬ ਨਾਮ ਦੀ ਸਕੀਮ ਸਰਕਾਰ ਨੇ ਚਲਾਈ ਹੈ। ਜਸਟ ਲਾਈਕ MSME ਇੰਡੀਆ ਲੈਵਲ ਨੈਸ਼ਨਲ ਲੈਵਲ ਤੇ ਜੋ ਸਕੀਮ ਚੱਲਦੀ ਹੈ, ਸਿਮਿਲਰਲੀ ਇੱਕ ਡੈਡੀਕੇਟਡ ਸਕੀਮ ਪੰਜਾਬ ਗਵਰਨਮੈਂਟ ਨੇ ਰਨ ਕੀਤੀ ਹੈ। ਇਹਦੇ ਲਈ ਡਿਸਟ੍ਰਿਕਟ ਲੈਵਲ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਿੱਤਾ ਗਿਆ MSMEs ਦੇ ਰਜਿਸਟ੍ਰੇਸ਼ਨ ਐਂਡ ਅਪਗ੍ਰੇਡੇਸ਼ਨ ਪ੍ਰੋਸੈਸ ਲਈ, ਐਂਡ ਇੱਕ ਕਲਸਟਰ ਡਿਵੈਲਪਮੈਂਟ ਪ੍ਰੋਗਰਾਮ ਰਨ ਕੀਤਾ ਜਿਹਦੇ ਵਿੱਚ ਡਿਫਰੈਂਟ ਏਰੀਆਜ਼ ਦੇ ਵਿੱਚ ਡਿਫਰੈਂਟ ਟਾਈਪ ਜਿਸ ਤਰੀਕੇ ਦਾ ਰੀਸੋਰਸਿਸ ਐਂਡ ਸਕਿਲਡ ਮੈਨ ਪਾਵਰ ਹੈ ਉਸ ਤਰੀਕੇ ਦੀਆਂ MSME ਸੈਟਅਪ ਕਰਨ ਲਈ ਕਲਸਟਰ ਬੇਸਡ ਅਪਰੋਚ ਚਲਾਈ ਗਈ ਹੈ। ਹਰੇਕ ਕਲਸਟਰ ਦੇ ਵਿੱਚ ਇੱਕ ਟੈਕਨੋਲੋਜੀ ਐਂਡ ਕਾਮਨ ਫੈਸਿਲਿਟੀ ਸੈਂਟਰ ਪ੍ਰੋਵਾਈਡ ਕੀਤਾ ਗਿਆ ਜਿਹਦੇ ਥਰੂ ਅਸੀਂ ਇਹ ਹਰੇਕ ਕਲਸਟਰ ਨੂੰ ਕਨੈਕਟ ਕਰਾਂਗੇ, ਐਕਸੈਸ ਟੂ ਟੈਕਨੋਲੋਜੀ ਦਿੱਤਾ ਜਾਏਗਾ ਐਂਡ ਉਸ ਏਰੀਆ 'ਚ ਇਨਕਿਊਬੇਸ਼ਨ ਸੈਂਟਰ ਦੇ ਕੇ ਉਹਨਾਂ ਨੂੰ ਟੈਕਨੋਲੋਜੀ ਯੂਜ਼ ਕਰਨੀ ਵੀ ਸਿਖਾਈ ਜਾਏਗੀ। ਐਟ ਲਾਸਟ ਕਿ ਜੋ ਸਿੱਖ ਫਾਰਮਸ ਹੈਗੀਆਂ, ਸਿੱਖ MSMEs ਹੈ, ਬਟ ਉਹਨਾਂ ਦਾ ਪੋਟੈਂਸ਼ੀਅਲ ਠੀਕ ਹੈ, ਆਉਣ ਵਾਲੇ ਟਾਈਮ 'ਚੋਂ ਠੀਕ ਹੋ ਸਕਦੀਆਂ, ਬਹੁਤ ਸਾਰੇ ਲੋਕਾਂ ਨੂੰ ਨੌਕਰੀ ਵੀ ਦੇ ਸਕਦੀਆਂ, ਪ੍ਰੋਡਕਸ਼ਨ ਵੀ ਹੋ ਸਕਦੀ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਫਾਈਨੈਂਸ਼ੀਅਲ ਅਸਿਸਟੈਂਸ ਦੇ ਕੇ ਰਿਵਾਈਵ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ। ਬਜਟ ਦੇ ਵਿੱਚ ਪੈਸਾ ਵੀ ਐਲੋਕੇਟ ਕਰਿਆ ਗਿਆ ਸੀ। ਪਲੱਸ ਇਨਵੈਸਟਮੈਂਟਸ ਨੂੰ ਇਨਹਾਂਸ ਕਰਨ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦਿੱਤਾ ਗਿਆ ਜੋ ਕਿ ਓਵਰਆਲ ਰੈਗੂਲੇਟਰੀ ਬਾਡੀ ਹੈ, ਵਨ ਸਟਾਪ ਸੋਲਿਊਸ਼ਨ ਪ੍ਰੋਵਾਈਡ ਕਰੇਗੀ ਜਿੰਨੇ ਵੀ ਨਏ ਇਨਵੈਸਟਮੈਂਟ ਦੇ ਪ੍ਰਪੋਜ਼ਲ ਪੰਜਾਬ ਸਰਕਾਰ ਕੋਲੇ ਆ ਰਹੇ ਨੇ। ਸੋ ਇਹ ਵੀ ਇੱਕ ਆંકੜਾ ਮਤਲਬ ਫੈਕਟ ਹੈ ਤੁਹਾਡੇ ਲਈ ਵਧੀਆ ਹੋ ਸਕਦਾ। ਐਂਡ ਦੈਨ ਜੋ ਇੰਡਸਟਰੀਜ਼ ਹੈ, ਕੁਝ ਸੈਟ ਆਫ ਇੰਡਸਟਰੀਜ਼ ਨੂੰ ਸਬਸਿਡਾਈਜ਼ਡ ਪਾਵਰ ਵੀ ਪੰਜਾਬ ਸਰਕਾਰ ਪ੍ਰੋਵਾਈਡ ਕਰ ਰਹੀ ਹੈ, ਆਫਰ ਦੇ ਰਹੀ ਹੈ, ਸੋ ਦੈਟ ਕਿ ਹਰ ਇੱਕ ਤਰੀਕੇ ਨਾਲ ਇੰਡਸਟਰੀਲਿਸਟਸ ਨੂੰ ਲਾਲਚ ਦਿੱਤਾ ਜਾ ਸਕੇ ਕਿ ਉਹ ਆ ਕੇ ਇੱਥੇ ਇੰਡਸਟਰੀ ਸੈਟਅਪ ਕਰਨ ਤਾਂ ਹੋਰ ਜ਼ਿਆਦਾ ਪ੍ਰੋਡਕਸ਼ਨ ਐਂਡ ਇੰਪਲੋਇਮੈਂਟ ਦੇ ਸਿਨੈਰੀਓਜ਼ ਵੱਧ ਸਕਣ। ਐਟ ਲਾਸਟ ਜੋ ਇੰਡਸਟਰੀਅਲ ਇਨਫਰਾਸਟਰਕਚਰ ਹੈ ਮੇਜਰ ਸਿਟੀਜ਼ ਦੇ ਵਿੱਚ ਉਹਨੂੰ ਵੀ ਇਨਹਾਂਸ ਕਰਨ ਲਈ ਡੈਡੀਕੇਟਡਲੀ ਪੰਜਾਬ ਸਰਕਾਰ ਕੁਝ ਬਜਟ ਐਲੋਕੇਸ਼ਨਸ ਕਰ ਰਹੀ ਹੈ ਸੋ ਦੈਟ ਕਿ ਬੇਸਿਕ ਇਨਫਰਾਸਟਰਕਚਰ ਅਗਰ ਇਨਹਾਂਸ ਹੋਏਗਾ ਤਾਂ ਡੈਫੀਨੇਟਲੀ ਉੱਪਰ ਜੋ ਇੰਡਸਟਰੀਜ਼ ਜਾਂ ਪ੍ਰਾਈਵੇਟ ਇਨਵੈਸਟਮੈਂਟ ਕੈਪੀਟਲ ਫਾਰਮੇਸ਼ਨ ਉਹ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਏਗਾ। ਸੋ ਇਹ ਸੀਗਾ ਓਵਰਆਲ ਸਮਰੀ ਇੰਡਸਟਰੀਅਲ ਡਿਵੈਲਪਮੈਂਟ ਦੀ ਪੰਜਾਬ ਦੇ ਵਿੱਚ। ਇਹ ਇਕਨੋਮਿਕ ਸਰਵੇ ਦਾ ਡੇਟਾ ਸੀਗਾ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਫੈਕਟਸ ਨੇ ਜਿਹੜੇ ਕਿ ਅਸੀਂ ਆਉਣ ਵਾਲੇ ਪੰਜਾਬ GK ਦੇ ਲੈਕਚਰਸ ਦੇ ਵਿੱਚ ਕਵਰ ਕਰਾਂਗੇ। ਸੋ ਹੋਪਫੁਲੀ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋਵੇਗਾ। ਅਗਰ ਕੋਈ ਵੀ ਡਾਊਟਸ ਜਾਂ ਕਰੈਕਸ਼ਨ ਹੈ ਤਾਂ ਤੁਸੀਂ ਨੀਚੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।